ਬੱਚਿਓ ਅੱਜ ਦੇ ਇਸ ਐਮਏ ਥਰਡ ਸਮੈਸਟਰ ਦੀ ਵਰਚੁਅਲ ਕਲਾਸ ਦੇ ਵਿੱਚ ਸਵਾਗਤ ਹੈ। ਮੈਂ ਇੱਕ ਦੋ ਦਿਨ ਤੁਹਾਨੂੰ ਜਿਹੜਾ ਹੈ ਲੈਕਚਰ ਪੋਸਟ ਨਹੀਂ ਕਰ ਪਾਇਆ। ਇਹਦੇ ਪਿੱਛੇ ਮੇਰੀਆਂ ਕੁਝ ਰੁਝਾਵੇਂ ਸੀਗੇ, ਇਸ ਕਰਕੇ ਪੋਸਟ ਕਰ ਪਾਇਆ। ਮੈਂ ਤੁਹਾਨੂੰ ਫਰਾਈਡੇ ਵਾਲਾ ਲੈਕਚਰ ਅਤੇ ਸੈਟਰਡੇ ਵਾਲਾ ਲੈਕਚਰ ਤੇ ਮੈਂ ਦੋਨੋਂ ਇਕੱਠੇ ਜਿਹੜਾ ਇੱਕ ਲੈਕਚਰ ਦੇ ਵਿੱਚ ਜਿਹੜਾ ਪੋਸਟ ਕਰ ਦੂੰਗਾ। ਠੀਕ ਹੈ ਜੀ। ਤੇ ਮੰਡੇ ਤੋਂ ਤੁਹਾਡੀ ਜਿਹੜੀ ਹੈ ਰੈਗੂਲਰ ਕਲਾਸ ਜਿਹੜੀ ਹੈ ਉਹ ਲੱਗੂਗੀ। ਤੇ ਮੈਂ ਤੁਹਾਨੂੰ ਲਾਈਵ ਕਲਾਸ ਵਾਸਤੇ ਵੀ ਜਿਹੜਾ ਹੈਗਾ ਉਹ ਲਿੰਕ ਜਿਹੜਾ ਹੈਗਾ ਤੁਹਾਡੇ ਨਾਲ ਜਿਹੜਾ ਹੈਗਾ ਸ਼ੇਅਰ ਕਰੂੰਗਾ। ਲਾਸਟ ਲੈਕਚਰ ਦੇ ਵਿੱਚ ਅਸੀਂ ਇੰਗਲੈਂਡ ਦਾ ਸੰਵਿਧਾਨ ਹੈ ਉਹਦੀ ਇਤਿਹਾਸਿਕ ਪਿਛੋਕੜ ਦੇਖਿਆ ਸੀਗਾ ਅਤੇ ਉਹਦੇ ਨਾਲ ਨਾਲ ਉਸ ਤੋਂ ਅਗਲੇ ਲੈਕਚਰ ਦੇ ਵਿੱਚ ਜਿਹੜਾ ਹੈ ਅਸੀਂ ਜਿਹੜੇ ਆ ਇਹਦੀਆਂ ਵਿਸ਼ੇਸ਼ਤਾਵਾਂ ਉੱਤੇ ਚਰਚਾ ਕੀਤੀ। ਠੀਕ ਹੈ। ਤੇ ਇਸ ਦੀਆਂ ਕੁਝ ਜਿਹੜੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੈ ਅਸੀਂ ਕਰ ਰਹੀਆਂ ਸਨ। ਇਹਦੀਆਂ ਕੁਝ ਵਿਸ਼ੇਸ਼ਤਾਵਾਂ ਸਾਡੀਆਂ ਜਿਹੜੀਆਂ ਡਿਸਕਸ ਕਰਨ ਵਾਲੀਆਂ ਰਹਿੰਦੀਆਂ ਸਨ। ਇਹਦੇ ਵਿੱਚ ਜਿੱਦਾਂ ਫॉर ਐਗਜ਼ਾਮਪਲ ਕੈਬਨਿਟ ਦੀ ਤਾਨਾਸ਼ਾਹੀ ਵਾਲਾ ਪੁਆਇੰਟ ਅਸੀਂ ਜਿਹੜਾ ਹੈ ਉਹ ਡਿਸਕਸ ਨਹੀਂ ਕੀਤਾ ਸੀਗਾ। ਕੈਬਨਿਟ ਦੀ ਤਾਨਾਸ਼ਾਹੀ ਇੱਕ ਵਿਚਾਰਕ ਹੋਏ ਹੈ ਜਿਨ੍ਹਾਂ ਦਾ ਨਾਮ ਹੈਗਾ ਰਾਮੇਸੇ ਮੂਨ। ਕੋਟੇਸ਼ਨ ਤੁਸੀਂ ਲਿਖ ਵੀ ਲਈਓ। ਰਾਮੇਸੇ ਮੂਨ ਕੀ ਕਹਿੰਦੇ ਆ? ਕਹਿੰਦੇ ਸੰਸਦ ਦੀ ਸਰਵਉੱਚਤਾ ਦੀ ਆੜ ਵਿੱਚ इंग्लैंड की कैबिनेट सर्वोच्चता है। दोबारा बोल रहे हैं मैं, संसद की सर्वोच्चता की आड़ में कैबिनेट की तानाशाही स्थापित हो गई है। कैबिनेट देश की सर्वोच्च कार्यपालिका नहीं वह संसद की स्वामी बन जाती है। ਹੁਣ ਜੇ ਅਸੀਂ ਗੱਲ ਕਰੀਏ ਜਿੱਥੇ ਵੀ ਪਾਰਲੀਮੈਂਟਰੀ ਸਿਸਟਮ ਚੱਲ ਰਿਹਾ ਹੈ, ਜਿੱਥੇ ਵੀ ਸੰਸਦੀय ਪ੍ਰਣਾਲੀ ਚੱਲ ਰਹੀ ਹੈ, ਉੱਥੇ ਜਿਹੜਾ ਅਗਰ ਭਾਰਤ ਦੇ ਨਾਲ ਅਸੀਂ ਇਹਦਾ ਦੀ ਤੁਲਨਾ ਕਰੀਏ ਤਾਂ ਭਾਰਤ ਦੇ ਵਿੱਚ ਵੀ ਜਿਹੜਾ ਹੈ ਕੈਬਨਿਟ ਦੀ ਤਾਨਾਸ਼ਾਹੀ ਹੈ। ਵਿਅਕਤੀ ਜਿਹੜਾ ਹੈ ਕੈਬਨਿਟ ਦੇ ਡਿਸੀਜਨ ਨੂੰ ਜਿਹੜਾ ਪ੍ਰਭਾਵਿਤ ਕਰਦਾ ਹੈ। ਇਸੇ ਤਰ੍ਹਾਂ ਅਗਰ ਇੰਗਲੈਂਡ ਦੀ ਕੈਬਨਿਟ ਦੀ ਗੱਲ ਕਰੀਏ ਤਾਂ ਪੂਰੀ ਕੈਬਨਿਟ ਦੀ ਤਾਨਾਸ਼ਾਹੀ ਬਣਦੀ ਹੋਈ। ਉਸ ਤੋਂ ਬਾਅਦ ਇੱਕ ਹੋਰ ਵਿਚਾਰਕ ਹੋਇਆ ਹੈ ਉਹ ਕਹਿੰਦਾ ਜੀ ਲੰਡਨ ਵਿੱਚ ਜ਼ਿੰਮੇਵਾਰ ਕੇਂਦਰੀਕਰਨ ਕੈਬਨਿਟ ਵਿੱਚ ਨਿਹਿਤ ਹੈ, ਜਿਸ ਤੇ ਸੰਵਿਧਾਨ ਦੀਆਂ ਕਈ ਬਾਧਾਵਾਂ ਹਨ। ਇਸ ਲਈ ਪ੍ਰਧਾਨ ਮੰਤਰੀ ਅਤੇ ਉਸਦੇ ਸਾਥੀ ਇੱਕ ਸਰਵ ਸ਼ਕਤੀਸ਼ਾਲੀ ਸਰਕਾਰ ਦਾ ਨਿਰਮਾਣ ਕਰ ਲੈਂਦੇ ਹਨ, ਜਿਸ ਦੇ ਕਾਰਿਆਂ ਨੂੰ ਸੰਸਦ ਅਤੇ ਨਿਆਂਯਗ ਕੇਵਲ ਨਿਯਮਿਤ ਕਰਦੇ ਹਨ। ਠੀਕ ਹੈ ਜੀ। ਉਹ ਕਹਿੰਦੇ ਜੀ ਲੰਡਨ ਵਿੱਚ ਜਿਹੜੀ ਕੈਬਨਿਟ ਹੈ ਬੈਠੀ ਹੋਈ ਹੈ ਉਹਦਾ ਕੇਂਦਰੀਕਰਨ ਜਿਸ ਉੱਤੇ ਸੰਵਿਧਾਨ ਦੀਆਂ ਕੋਈ ਬਾਧਾ ਨਹੀਂ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬ੍ਰਿਟਨ ਦੇ ਵਿੱਚ ਸੰਵਿਧਾਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਉੱਥੇ ਜਿਹੜਾ ਜਿਹੜੀ ਪ੍ਰਣਾਲੀ ਚਲਾਈ ਜਾਂਦੀ ਹੈ ਉਹ ਪਰੰਪਰਾਵਾਂ ਕਹਿ ਲਓ ਤੁਸੀਂ, ਜਿਹੜੇ ਉੱਥੇ ਕਾਨੂੰਨ ਬਣੇ ਹੋਏ ਨੇ ਸੰਸਦ ਦੁਆਰਾ ਉਹ ਕਹਿ ਲਓ, ਜਿਹੜੇ ਨਿਆਇਕ ਨਿਰਣੇ ਹੋਏ ਨੇ ਉਹ ਕਹਿ ਲਓ, ਉਹਦੇ ਅਨੁਸਾਰ ਜਿਹੜੀ ਉੱਥੇ ਦੀ ਵਿਵਸਥਾ ਚੱਲਦੀ ਹੈ। ਕੋਡੀਫਾਈਡ ਨਹੀਂ ਹੈ। ਪਰ ਹੁਣ ਜਿਹੜਾ ਹੈਗਾ ਅਗਰ ਅਸੀਂ ਪਿਛਲੇ ਕੁਝ ਸਾਲਾਂ ਦੇ ਵਿੱਚ ਦੇਖੀਏ ਤਾਂ ਉੱਥੇ ਦੀ ਜਿਹੜੀ ਸੰਸਦ ਹੈ ਉਹਨੇ ਕੁਝ ਚੀਜ਼ਾਂ ਨੂੰ ਕੋਡੀਫਾਈ ਕਰਨਾ ਸ਼ੁਰੂ ਕੀਤਾ। ਜਿੱਦਾਂ ਪਹਿਲੇ ਉੱਥੇ ਸੁਪਰੀਮ ਕੋਰਟ ਦੀ ਵਿਵਸਥਾ ਨਹੀਂ ਸੀ, ਹੁਣ ਸੁਪਰੀਮ ਕੋਰਟ ਦੀ ਵਿਵਸਥਾ ਕਰ ਦਿੱਤੀ ਗਈ ਹੈ। 2009 ਦੇ ਵਿੱਚ ਉੱਥੇ ਸੰਸਦ ਦੇ ਵਿੱਚ ਇੱਕ ਕਾਨੂੰਨ ਬਣਾ ਕੇ ਜਿਹੜਾ ਹੈ ਉੱਥੇ ਸੁਪਰੀਮ ਕੋਰਟ ਬਣਾ ਦਿੱਤਾ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਜੱਜਾਂ ਦੁਆਰਾ ਨਿਰਮਿਤ ਸੰਵਿਧਾਨ। ਹੁਣ ਕੁਝ ਵਿਚਾਰਕ ਇਹ ਮੰਨਦੇ ਹੈਗੇ ਆ ਕਿ ਜਿਹੜਾ ਇੰਗਲੈਂਡ ਦਾ ਸੰਵਿਧਾਨ ਹੈ ਉਹ ਜੱਜਾਂ ਦੁਆਰਾ ਬਣਾਇਆ ਗਿਆ। ਹੁਣ ਇਹਦੇ ਵਿੱਚ ਉਹ ਇੱਕ ਵਿਚਾਰਕ ਹੋਇਆ, ਉਹਨੇ ਆਪਣੇ ਵਿਚਾਰ ਜਿਹੜੇ ਆ ਪ੍ਰਗਟ ਕੀਤੇ ਆ। ਉਹ ਕਹਿੰਦਾ ਹੈ ਇੰਗਲੈਂਡ ਦਾ ਸੰਵਿਧਾਨ ਜੱਜਾਂ ਦੁਆਰਾ ਬਣਾਇਆ ਗਿਆ ਹੈ ਕਿਉਂਕਿ ਇਸ ਦੇ ਵਿਕਾਸ ਵਿੱਚ ਨਿਆਇਕ ਨਿਰਣਿਆਂ ਦਾ ਵਿਸ਼ੇਸ਼ ਯੋਗਦਾਨ ਹੈ। ਨਿਆਇਕ ਵਿਆਖਿਆਵਾਂ ਦੇ ਆਧਾਰ ਉੱਤੇ ਜੱਜ ਇਹੋ ਜਿਹੇ ਆਧਾਰਭੂਤ ਨਿਯਮਾਂ ਨੂੰ ਲਾਗੂ ਕਰਦੇ ਹਨ ਜਿਨ੍ਹਾਂ ਨੇ ਇੰਗਲੈਂਡ ਦੇ ਨਿਵਾਸੀਆਂ ਨੇ ਵਿਅਕਤੀਗਤ ਸੁਤੰਤਰਤਾਵਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ। ਕਹਿਣ ਤੋਂ ਭਾਵ ਇਹ ਹੈ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਕੋਈ ਚੀਜ਼ ਕੋਡੀਫਾਈ ਨਹੀਂ ਹੁੰਦੀ, ਜਦੋਂ ਕੋਈ ਚੀਜ਼ ਜਿਹੜੀ ਹੈ ਲਿਖੀ ਹੋਈ ਨਹੀਂ ਹੁੰਦੀ, ਉਸ ਵੇਲੇ ਜਿਹੜੇ ਉਸ ਚੀਜ਼ ਦੇ ਸਰੋਤ ਹੁੰਦੇ ਆ ਜਿਹਦੇ ਆਧਾਰ ਉੱਤੇ ਉਹ ਚੀਜ਼ ਐਸਟੈਬਲਿਸ਼ ਕੀਤੀ ਜਾਂਦੀ ਹੈ, ਔਰ ਫਿਰ ਉਹ ਅਲੱਗ-ਅਲੱਗ ਜਿਹੜੇ ਵਿਚਾਰਕ ਹੈ
वो अपना जिहड़ा मत है उस अनुसार जिहड़ा बना लेंदे, क्योंकि उत्थे अगर ਅਸੀਂ इंग्लैंड की जिहड़ी संविधानिक व्यवस्था ਨੂੰ देखिए या उत्थे दी प्रशासनिक व्यवस्था जिहड़ी है जिस आधार उत्ते या सरकार जिस आधार उत्ते जिहड़ा हैगा चलाई जाती है, अगर उसनों ਅਸੀਂ देखिए ਤੇ ਉਹਦੇ ਵਿੱਚ ਜਿਹੜੇ ਨਿਆਇਕ ਨਿਰਣੇ ਹੈ ਇੱਕ ਸਰੋਤ ਦੇ ਰੂਪ ਦੇ ਵਿੱਚ ਜਿਹੜਾ ਹੈ ਸਾਡੇ ਸਾਹਮਣੇ ਆਉਂਦੇ ਆ। ਇਸ ਕਰਕੇ ਕੁਝ ਜਿਹੜੇ ਵਿਚਾਰਕਾਂ ਦਾ ਇਹ ਮੰਨਣਾ ਹੈਗਾ ਕਿ ਜਿਹੜੇ ਨਿਆਇਕ ਨਿਰਣੇ ਹੈਗੇ ਆ ਉਹ ਜਿਹੜਾ ਹੈ ਉਹ ਉਹਨਾਂ ਜਿਹੜਾ ਸੰਵਿਧਾਨ ਹੈ ਨਿਆਇਕ ਨਿਰਣਿਆਂ ਦੇ ਆਧਾਰਿਤ ਹੈਗਾ। तो ये धारणा ਜਿਹੜੀ ਹੈ ਐਸਟੈਬਲਿਸ਼ ਹੋਈ ਹੈ ਜਾਂ ਇਹ ਧਾਰਨਾ ਉਹ ਨੈਕਸਟ ਪੁਆਇੰਟ ਉੱਤੇ ਅਸੀਂ ਚਰਚਾ ਕਰਾਂਗੇ। ਨੈਕਸਟ ਪੁਆਇੰਟ ਉੱਤੇ स्वतंत्र ਅਤੇ ਨਿਸ਼ਪਕਸ਼ ਨਿਆਂਪਾਲਿਕਾ। ਹੁਣ ਜਿੱਥੇ ਜਿੱਥੇ ਵੀ ਪਾਰਲੀਮੈਂਟਰੀ ਸਿਸਟਮ ਹੈ ਜਾਂ ਜਿੱਥੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਵੀ ਹੈਗੀ ਹੈ ਉੱਥੇ ਉੱਥੇ ਜਿਹੜੀ ਨਿਆਂਪਾਲਿਕਾ ਹੈ ਉਹ ਜਿਹੜਾ ਹੈਗਾ ਸੁਤੰਤਰ ਜਿਹੜਾ ਜਾਂਦਾ। ਇਹਦੇ ਵਿੱਚ ਵੀ ਕੁਝ ਵਿਚਾਰਕਾਂ ਨੇ ਆਪਣਾ ਜਿਹੜਾ ਮਤ ਦਿੱਤਾ ਹੈਗਾ। न्यायपालिका की स्वतंत्रता और निष्पक्षता ब्रिटिश शासन की प्रमुख विशेषता मानी जाती है। न्यायाधीश किसी भी प्रकार प्रभाव हेठ नहीं आते। ईमानदारी निष्पक्षता उत्थे जो असी इंग्लैंड की जिहड़ी न्यायपालिका और स्वतंत्रता की गल करनी है ਉਹਦੇ ਵਿੱਚ ਜਿਹੜੇ ਜੱਜਸ ਹੈ ਜਾਂ ਨਿਆਇਧੀਸ਼ ਹੈ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਨਿਸ਼ਪਕਸ਼ਤਾ ਵੀ ਜਿਹੜੀ ਹੈ ਉਹ ਸ਼ਾਮਿਲ ਹੈ। ਫਿਰ ਉਸ ਤੋਂ ਬਾਅਦ ਨਿਆਇਧੀਸ਼ਾਂ ਦੀ ਨਿਯੁਕਤੀ ਕਿੱਦਾਂ ਹੁੰਦੀ ਹੈ ਤੇ ਨਿਆਇਧੀਸ਼ਾਂ ਦੀ ਨਿਯੁਕਤੀ ਕਰਾਊਨ ਦੁਆਰਾ ਕੀਤੀ ਜਾਂਦੀ ਹੈ, ਪਰੰਤੂ ਕਰਾਊਨ ਉਹਨਾਂ ਨੂੰ ਆਪਣੀ ਇੱਛਾ ਅਨੁਸਾਰ ਉਹਨਾਂ ਦੇ ਪਦ ਤੋਂ ਹਟਾ ਸਕਦਾ ਹੈ। ਸਧਾਰਨਤਾ ਸਦਾਚਾਰ प्रयत्न अपने पद उत्ते असीम रहते हैं। न्यायाधीश कराऊं ना पद तो हटा सकता है जब तक संसद के दोनों सदनों में न्यायाधीश का आने का प्रस्ताव ना पास हो। सो मैं ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਇੰਗਲੈਂਡ ਦੇ ਵਿੱਚ ਜਿਹੜੀ ਸੰਸਦ ਹੈ ਉਹਦੀ ਪ੍ਰਮੁੱਖ ਸੱਤਾ ਹੈਗੀ ਹੈ। ਉੱਥੇ ਜਿਹੜਾ ਹੈ ਕਨਸਟੀਟਿਊਸ਼ਨ ਹੈ ਜੋ ਵੀ ਵਿਵਸਥਾ ਹੈਗੀ ਹੈ ਲਿਖਤ ਨਹੀਂ ਹੈਗੀ। इस करके हर चीज ਨੂੰ ਜਿਹੜਾ ਹੈ ਸੰਸਦ ਦੇ ਵਿੱਚੋਂ ਜਿਹੜਾ ਹੈਗਾ ਪਾਸ ਕਰੋ। हर चीज ਜਿਹੜੀ ਹੈ ਸੰਸਦ ਵਿੱਚੋਂ ਪਾਸ ਹੁੰਦੀ ਹੈ ਜਾਂ ਉਹਨੂੰ ਕਰਵਾਉਣੀ। ਠੀਕ ਹੈ, ਇਸ ਕਰਕੇ ਜਿਹੜਾ ਉੱਤੇ ਕਰਾਊਨ ਕੀ ਹੈ ਕਿ ਤੁਸੀਂ ਚੀਜ਼ਾਂ ਬੀਏ ਫਾਈਨਲ ਦੇ ਵਿੱਚ ਤੁਸੀਂ ਇੰਗਲੈਂਡ ਦਾ ਸੰਵਿਧਾਨ ਦੇ ਦਿੱਤਾ ਹੋਇਆ ਉਹਦੇ ਵਿੱਚ ਵੀ ਤੁਹਾਨੂੰ ਜਿਨ੍ਹਾਂ ਨੇ ਵੀ ਪੜਾਇਆ ਉਹਨਾਂ ਨੇ ਦੱਸਿਆ ਹੋਣਾ ਸਾਰੀਆਂ ਚੀਜ਼ਾਂ ਦੱਸੀਆਂ ਹੋਣੀਆਂ। ਹੁਣ ਪਹਿਲੀ ਗੱਲ ਕਰਾਊਨ ਕੀ ਹੈ? ਕਰਾਊਨ ਉੱਤੇ ਸੰਸਥਾ ਹੈ। ਕਰਾਊਨ ਇੱਥੇ ਮੁਕਟ ਤੋਂ ਭਾਵ ਨਹੀਂ, ਕਰਾਊਨ ਉੱਤੇ ਸੰਸਥਾ ਹੈ ਔਰ ਰਾਜਾ ਉਹਦਾ ਭਾਗ ਹੈ। ਰਾਜਾ ਉਹਦਾ ਭਾਗ ਹੈ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਹੈ ਉਹਦਾ ਭਾਗ ਹੈ। ਜਿਹੜੀਆਂ ਹੋਰ ਸੰਸਥਾਵਾਂ ਉਹ ਕਰਾਊਨ ਚ ਆਉਂਦੀਆਂ। ਸੋ ਉੱਥੇ ਜਿਹੜੀ ਨਿਯੁਕਤੀ ਹੈ ਕਰਾਊਨ ਦੁਆਰਾ ਕੀਤੀ ਜਾਂਦੀ ਹੈ। ਕਰਾਊਨ ਚ ਕੌਣ ਸ਼ਾਮਲ ਹੈ? ਰਾਜਾ। ਹੁਣ ਭਾਰਤ ਦੇ ਵਿੱਚ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? ਭਾਰਤ ਦੇ ਵਿੱਚ ਜੱਜਾਂ ਦੀ ਜਿਹੜੀ ਨਿਯੁਕਤੀ ਹੈ ਉਹ राष्ट्रपति द्वारा की जाती है, क्योंकि इंग्लैंड गणतंत्रीय व्यवस्था नहीं है। इंग्लैंड के विच गणतंत्र नहीं एस्टैब्लिश होया। इंग्लैंड को असली जो है गणतंत्र नहीं कह सकते। इस करके जिहड़ा उत्थे राष्ट्रपति है, राष्ट्रपति नाम की चीज नहीं, हेड ऑफ स्टेट उत्ते थल्ले ते महाराणी। वो सारियां जिहड़ियां नियुक्तियां हैं महाराणी जांदियां या महाराजा द्वारा कीतियां जांदियां। फिर दो दलीय प्रणाली है, बाई पार्टी सिस्टम है, पर हौली हौली जिहड़ा इंग्लैंड है वो मल्टी पार्टी सिस्टम नाल वध रहा है। उत्थे दो तो ज़्यादा पोलिटिकल पार्टीज भी जिहड़ी है जिहदा उत्थे जिहड़ी मेन दो पोलिटिकल पार्टीज हैगियां जिन्हां दे विच सत्ता हुंदी है वो एक तो है रूढ़िवादी दल जिन्हों आपां अंग्रेजी च कंजरवेटिव पार्टी कहने और जिहड़ी दूजी पार्टी है कहने लेबर पार्टी। ਉਹਦੇ ਨਾਲ ਨਾਲ ਉੱਥੇ ਕਮਿਊਨਿਸਟ ਪਾਰਟੀ ਹੈ। ਠੀਕ ਹੈ ਜੀ, ਉਹਦੇ ਨਾਲ ਨਾਲ ਉੱਥੇ ਇੱਕ ਲਿਬਰਲ ਡੈਮੋਕ੍ਰੇਟਸ ਨਾਮ ਦੀ ਛੋਟੀ ਜਿਹੀ ਪਾਰਟੀ ਹੈ ਜਿਹਨੇ ਜਿਹੜੀ ਮੌਜੂਦਾ ਸਰਕਾਰ ਹੈ ਉਹ ਸਮਰਥਨ ਵੀ ਜਿਹੜਾ ਹੈਗਾ। ਦੂਸਰੀ ਗੱਲ ਮੈਂ ਤੁਹਾਨੂੰ ਇੰਪੋਰਟੈਂਟ ਗੱਲ ਇੱਕ ਹੋਰ ਦੱਸ ਦੇਵਾਂ। ਉੱਥੇ ਪਹਿਲੇ ਜਿਹੜੀ ਟਰਮ ਸੀਗੀ ਹਾਊਸ ਆਫ ਲॉर्ड्स, निचले सदन ਨੂੰ ਹਾਊਸ ਆਫ ਕਾਮਨਸ ਕਿਹਾ ਜਾਂਦਾ ਔਰ ਉੱਪਰਲੇ ਸਦਨ ਨੂੰ ਹਾਊਸ ਆਫ ਲॉर्ड्स ਕਿਹਾ ਜਾਂਦਾ। ਉੱਥੇ ਪਹਿਲੇ ਹਾਊਸ ਆਫ ਲॉर्ड्स ਦਾ
ਸਪੀਕਰ ਨਹੀਂ ਹੁੰਦਾ ਸੀ। ਮਤਲਬ ਜਿੱਦਾਂ ਭਾਰਤ ਦੇ ਵਿੱਚ ਜਿਹੜੀ ਰਾਜ ਸਭਾ ਉੱਪਰਲਾ ਸਦਨ ਹੈ, ਉਹਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਭਾਰਤ ਦਾ, ਉਹ ਉਹਦਾ ਜਿਹੜਾ ਚੇਅਰਮੈਨ। ਠੀਕ ਹੈ, ਇਸੇ ਤਰ੍ਹਾਂ ਹਾਊਸ ਆਫ ਲॉर्ड्स ਦਾ ਜਿਹੜਾ ਪਹਿਲੇ ਕੋਈ ਚੇਅਰਮੈਨ ਨਹੀਂ ਹੁੰਦਾ ਸੀ, ਜਾਂ ਲਾਰਡ ਚਾਂਸਲਰ मतलब स्पीकर नहीं ਹੁੰਦਾ ਸੀ। ਉਹ ਉਹਨੂੰ ਵੀ ਸੰਵਿਧਾਨ ਚ ਸੰਸ਼ੋਧਨ ਕਰਕੇ मतलब व्यवस्था ਦੇ ਕਾਨੂੰਨ ਦੁਆਰਾ ਜਿਹੜਾ ਇਸ ਨੂੰ ਸਟੈਬਲਿਸ਼ ਕੀਤਾ ਗਿਆ। ਔਰ ਦੂਸਰੀ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਉੱਥੇ ਜਿਹੜਾ ਹਾਊਸ ਆਫ ਹਾਊਸ ਆਫ ਕਾਮਨਸ ਹੈ, ਉਹਦੇ ਜਿਹੜੀ ਟਰਮ ਸੀਗੀ ਕਿੰਨੇ ਸਾਲ मतलब ਬਾਅਦ ਇਲੈਕਸ਼ਨ ਹੋਣਗੇ, ਉਹ ਕਾਰਜਕਾਲ ਨੂੰ ਵੀ ਜਿਹੜਾ ਹੈਗਾ ਇੱਕ ਪੁਆਇੰਟ आता है ਵਿੱਚ ਇਹ ਬਹੁਤ ਇੰਪੋਰਟੈਂਟ ਹੈ। ਇਹਦੇ ਤੇ ਸੈਪਰੇਟ ਕੁਐਸਚਨ ਵੀ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਆ ਸਕਦਾ ਹੈ ਕਿ ਸਹਿਯੋਗ ਅਤੇ ਯੋਜਨਾ ਦੀ ਸੰਪੂਰਨਤਾ। ਕੁਝ ਵਿਚਾਰਕ ਇਹ ਮੰਨਦੇ ਹੈ ਕਿ ਇਹਨਾਂ ਦੇ ਸੰਵਿਧਾਨ ਉਹ ਸਹਿਯੋਗ ਅਤੇ ਯੋਜਨਾ ਦੀ ਸੰਪੂਰਨਤਾ ਹੈ। ਜਿੱਦਾਂ ਇੰਗਲੈਂਡ ਦੇ ਸੰਵਿਧਾਨ ਕਾਫੀ ਐਗਜ਼ਾਮਪਲਸ ਇਹਦੀਆਂ ਜਿਹੜੀਆਂ ਮਿਲਦੀਆਂ ਸਾਨੂੰ ਜਿਹੜਾ ਹੈ ਸੰਵਿਧਾਨ ਦੇ ਵਿੱਚ, ਜਿੱਦਾਂ ਮੈਗਨਾ ਕਾਰਟਾ 1215 ਇਸ ਚਾਰਟਰ ਦੁਆਰਾ ਜਨਤਾ ਦੀ ਸੁਤੰਤਰਤਾਵਾਂ ਨੂੰ ਮੂਲਭੂਤ ਅਧਿਕਾਰਾਂ ਦਾ ਬਰਾਮਦ ਹੋਇਆ। पिटीशन ऑफ राइट 1628 इस द्वारा राजे ने ऐसे कानून बनाने ਅਤੇ ਵੈ ਦਰ ਲਾਗੂ ਕਰਨ ਦੀ ਸ਼ਕਤੀ ਉਹਦੇ ਕੋਲੋਂ ਸੀ। ਮਤਲਬ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲੇ ਉੱਤੇ ਜਿਹੜਾ ਰਾਜਨੀਤਿਕ ਵਿਵਸਥਾ ਸੀ ਉਹ ਅਸੀਂ ਵਿੱਚ ਸੀ, ਸਾਰੀਆਂ ਸ਼ਕਤੀਆਂ ਰਾਜੇ ਦੇ ਹੱਥ ਦੇ ਵਿੱਚ ਜਿਹੜਾ ਕੇਂਦਰਿਤ ਸੀਗੀਆਂ। ਪਰ ਹੁਣ ਹੌਲੀ ਹੌਲੀ ਕੀ ਹੋਇਆ ਹੈ, ਉੱਤੇ ਜਿਹੜੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਆ ਗਈਆਂ। ਠੀਕ ਹੈ ਜੀ, ਔਰ ਇਹ ਇੱਕਦਮ ਨਹੀਂ ਹੋਇਆ। ਜੇ ਅਸੀਂ ਇਹ ਗੱਲ ਕਰਦੇ ਹਾਂ ਇਤਿਹਾਸਿਕ ਜਿਹੜਾ कह लो इतिहासिक योगदान या इतिहासिक प्रक्रिया ਦੇ ਵਿੱਚੋਂ ਇੰਗਲੈਂਡ ਦੀ ਰਾਜਨੀਤਿਕ ਵਿਵਸਥਾ ਜਿਹੜੀ ਹੈ ਨਿਕਲੀ ਹੈ, ਤਾਂ ਉਹ ਕਹਿਣਾ ਗਲਤ ਨਹੀਂ ਹੋਏਗਾ ਕਿ ਕੁਝ ਚੀਜ਼ਾਂ ਆਪਣੇ ਆਪ ਹੀ ਜਿਹੜਾ ਆਟੋਮੈਟਿਕਲੀ ਜਿੱਦਾਂ ਮੈਗਨਾ ਕਾਰਟਾ ਪਾਸ ਹੋਇਆ 1215 ਤੇ 1628 ਪਟੀਸ਼ਨ ਆਫ ਰਾਈਟ ਪਾਸ ਹੋਇਆ। ਫਿਰ ਇੱਕ ਹੋਰ ਕਾਨੂੰਨ ਪਾਸ ਹੋਇਆ यूनियन एक्ट 1664। इस चार्टर इस एक्ट द्वारा संसद के कार्यकाल में 3 वर्षों तक निश्चित किया गया, 3 साल तक निश्चित किया गया संसद के कार्यकाल में। पर मुख्य संसद का कार्यकाल 5 साल ਦਾ ਭਾਰਤ ਦੇ ਵਿੱਚ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੈ ਉਹ 5 ਸਾਲਾਂ ਬਾਅਦ ਹੁੰਦੇ ਹੈ। ਇਸੇ ਤਰ੍ਹਾਂ ਜਿਹੜਾ ਇੰਗਲੈਂਡ ਦੇ ਵਿੱਚ ਹਾਊਸ ਆਫ ਕਾਮਨ ਹੈਗਾ ਉਹਦੇ ਇਲੈਕਸ਼ਨ ਜਿਹੜੇ ਆ 5 ਸਾਲਾਂ ਬਾਅਦ। उसके बाद बिल ऑफ राइट्स इस द्वारा संसद की सार्वभौमिकता स्थापित की गई ਅਤੇ ਰਾਜੇ ਨੇ ਆਪਣੇ ਪਰਮ ਅਧਿਕਾਰਾਂ ਦਾ ਪ੍ਰਯੋਗ ਕਰਦਿਆਂ ਹੋਇਆ ਕਿਸੇ ਕਾਨੂੰਨ ਨੂੰ ਬਣਾਇਆ। मतलब ਰਾਜੇ ਦੀਆਂ ਸ਼ਕਤੀਆਂ ਜਿਹੜੀਆਂ ਸੀਗੀਆਂ ਹੌਲੀ ਹੌਲੀ ਸੀਮਿਤ ਹੁੰਦੀਆਂ ਗਈਆਂ ਔਰ ਲੋਕਾਂ ਨੂੰ ਅਧਿਕਾਰ ਮਿਲੇ, ਸੰਸਦ ਨੂੰ ਅਧਿਕਾਰ ਮਿਲੇ। ਠੀਕ ਹੈ ਜੀ, ਔਰ ਜਿਹੜਾ ਰਾਜੇ ਦੀ ਜਿਹੜਾ ਸੋ ਕਾਲਡ ਮੰਤਰੀ ਮੰਡਲ ਸੀਗਾ ਉਹਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਨੇ ਉਹਦੇ ਦਾ ਤੁਸੀਂ ਕਹ ਲਓ ਜਨਮ ਹੈ, ਉਹ ਸਾਰੀਆਂ ਵਿਵਸਥਾ ਨੇ। ਫਿਰ 1760 ਦੇ ਵਿੱਚ ਐਕਟ ਆਫ ਯੂਨੀਅਨ ਆਫ ਸਕਾਟਲੈਂਡ, ਤੁਹਾਨੂੰ ਅੱਜ ਕੱਲ੍ਹ ਪਤਾ ਹੋਣਾ ਹੈ ਕਿ ਸਕਾਟਲੈਂਡ ਜਿਹੜਾ ਹੈ ਆਜ਼ਾਦੀ ਦੀ ਮੰਗ ਕਰ ਰਿਹਾ ਹੈ, ਸਕਾਟਲੈਂਡ ਇੰਗਲੈਂਡ ਤੋਂ ਅਲੱਗ ਹੋਣਾ ਚਾਹੁੰਦਾ ਹੈ ਕਿਉਂਕਿ ਕਈ ਏਦਾਂ ਦੇ ਮਸਲੇ ਪਿਛਲੇ ਸਾਲ 2 ਸਾਲ ਪਹਿਲਾਂ ਜਿਹੜਾ ਇੰਗਲੈਂਡ ਸੀਗਾ ਉਹਨੇ ਜਿਹੜਾ यूरोपियन यूनियन बनी सी ਉਹਦੇ ਤੋਂ ਆਪਣੇ ਸਦੱਸਤਾ ਜਿਹੜੇ ਖਾਰਜ ਕਰ ਉਹਦਾ ਰਿਫਰੈਂਡਮ ਹੋਇਆ ਸੀਗਾ, ਉੱਥੇ ਜਨਮਤ ਹੋਇਆ ਸੀ। ਉਸ ਤੋਂ ਬਾਅਦ ਜਿਹੜੀ ਇਹ ਵਿਵਸਥਾ ਬਣਨਾ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਵੀ ਸਕਾਟਲੈਂਡ ਨੇ ਇੱਕ ਇੰਗਲੈਂਡ ਦੇ ਨਾਲ 1760 ਦੇ ਵਿੱਚ ਐਕਟ ਆਫ ਯੂਨੀਅਨ ਜਿਹੜਾ ਸਾਈਨ ਕੀਤਾ ਸੀਗਾ, ਜਿਹਦੇ ਵਿੱਚ ਕੋਈ ਯੂਨਾਈਟਿਡ ਕਿੰਗਡਮ ਦਾ ਜਿਹੜਾ ਹਿੱਸਾ ਹੈ ਬਣਿਆ। ठीक है जी, फिर 1716 के सेंटिनियल एक्ट के अनुसार संसद की अवधि 7 साल निश्चित कर दी गई। तो कहने का मतलब है कि संसद की जो कार्यकाल है वो वर्तमान समय फिर 18
1801 ਦੇ ਐਕਟ ਆਫ यूनियन द्वारा आयरलैंड को इंग्लैंड के साथ ਦੇ ਨਾਲ ਮਿਲਾ ਦਿੱਤਾ ਗਿਆ। 1801 ਦੇ ਵਿੱਚ ਫਿਰ ਐਕਟ ਆਫ यूनियन ਪਾਸ ਹੋਇਆ ਜਿਹਦੇ ਵਿੱਚ ਜਿਹੜਾ ਨਰਦਰਨ ਆਇਰਲੈਂਡ ਹੈ ਉਹਨੂੰ फिर 1832, 1867, 1884, 1918 के कानूनों द्वारा मतदान व्यवस्था सुधार किए गए और आधुनिक ये ਜਿਹੜੇ ਸਾਰੇ ਮੈਂ ਤੁਹਾਨੂੰ ਐਕਟ ਦੱਸਦੇ ਆ ਜਾਂ ਕਾਨੂੰਨ ਦੱਸਦੇ ਆ ਇਹਨਾਂ ਦੁਆਰਾ ਜਿਹੜੇ ਲੋਕਾਂ ਦੇ ਵੋਟ ਪਾਉਣ ਦਾ ਅਧਿਕਾਰ ਸੀਗਾ ਉਹਨੂੰ ਸੁਨਿਸ਼ਚਿਤ ਕੀਤਾ ਗਿਆ। ਫਿਰ 1902 ਦਾ ਕਾਮਨਵੈਲਥ ऑफ ऑस्ट्रेलिया एक्ट द्वारा डोमिनियन स्थापित किए गए। मतलब कि मैं पहले भी करता हूँ मैं डोमिनियन व्यवस्था है वो व्यवस्था होती है ਜਿਹਦੇ ਵਿੱਚ ਜਿਹੜੀ ਸਰਕਾਰ ਹੈ ਜਿਹੜੇ ਵੀ ਦੇਸ਼ ਡੋਮੀਨੀਅਨ ਦਾ ਹਿੱਸਾ ਹੁੰਦਾ ਹੈ ਇੰਗਲਿਸ਼ ਡੋਮੀਨੀਅਨ ਦਾ ਸਰਕਾਰ ਉਹਨਾਂ ਦੇ ਆਪਣੇ ਲੋਕਾਂ ਦੁਆਰਾ ਬਣਾਈ ਜਾਂਦੀ ਹੈ। ਜਿੱਦਾਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਸਰਕਾਰ ਹੈ ਵੋਟ ਪਾ ਕੇ ਉੱਥੇ ਦੇ ਲੋਕ ਹੀ ਚੁਣਦੇ ਆ ਆਸਟ੍ਰੇਲੀਆ ਦੇ ਲੋਕ ਹੀ ਚੁਣਦੇ ਆ ਆਸਟ੍ਰੇਲੀਆ ਦੇ ਨਿਵਾਸੀ ਹੀ ਚੁਣਦੇ ਪਰ ਉੱਥੇ ਦਾ ਜਿਹੜਾ ਹੈਡ ਆਫ ਸਟੇਟ ਹੈ ਕਿਉਂਕਿ ਇੰਗਲੈਂਡ ਜਿਹੜਾ ਆਸਟ੍ਰੇਲੀਆ ਗਣਤੰਤਰ ਨਹੀਂ न्यूजीलैंड गणतंत्र नहीं कैनेडा गणतंत्र नहीं है वो एक डोमिनियन है उत्थे का जड़ा हेड ऑफ स्टेट है महारानी है ये 1902 ਦੇ ਵਿੱਚ ਜਿਹੜਾ ਡੋਮੀਨੀਅਨ ਆਫ ਆਸਟ੍ਰੇਲੀਆ ਐਕਟ ਪਾਸ ਹੋਇਆ ਸੀ व्यवस्था ਸੀਗਾ ਉਹ ਸਥਾਪਿਤ ਜਿਹੜਾ ਸੀਗਾ ਉਹ ਕੀਤਾ ਗਿਆ ਸੀ। ਅੱਛਾ ਉਸ ਤੋਂ ਬਾਅਦ ਅਗਰ 1911 ਅਤੇ 1949 ਦੀ ਗੱਲ ਕਰੀਏ ਪਾਰਲੀਮੈਂਟ ਐਕਟਸ ਆਫ 11 and 1949 द्वारा लॉर्ड सदन ਦੀਆਂ ਸ਼ਕਤੀਆਂ ਨੂੰ ਸੀਮਿਤ ਕਰ ਦਿੱਤਾ ਗਿਆ ਅਤੇ ਕਾਮਨ ਸਦਨ ਨੂੰ ਸੰਸਦ ਦਾ ਵਾਸਤਵਿਕ ਸੱਤਾਧਾਰੀ ਸਦਨ ਬਣਾ ਦਿੱਤਾ ਗਿਆ। ਹੁਣ ਕਿਸੇ ਟਾਈਮ ਤੇ ਜਿਹੜਾ ਉੱਪਰਲਾ ਸਦਨ ਸੀਗਾ ਇੰਗਲੈਂਡ ਦਾ ਉਹ ਜ਼ਿਆਦਾ ਸ਼ਕਤੀਸ਼ਾਲੀ ਸੀ। ਸੋ ਦੋ ਕਾਨੂੰਨ ਪਾਸ ਕੀਤੇ ਗਏ ਸੰਸਦ ਦੇ ਵਿੱਚ 1911 ਦਾ ਤੇ 1949 ਜਿਸ ਦੁਆਰਾ ਜਿਹੜਾ ਹੈਗਾ ਇਹਨੂੰ ਜਿਹੜਾ ਹੈ ਸੀਮਿਤ ਕੀਤਾ ਗਿਆ। मतलब ਜਿਹੜਾ ਹਾਊਸ ਆਫ ਲॉर्ड्स ਸੀਗੀਆਂ ਉਹਦੀਆਂ ਸ਼ਕਤੀਆਂ ਘੱਟ ਕਰ ਦਿੱਤੀਆਂ ਗਈਆਂ ਔਰ ਜਿਹੜਾ ਕਾਮਨ ਸਦਨ ਸੀਗਾ ਮਤਲਬ ਕਿ ਪ੍ਰਧਾਨ ਮੰਤਰੀ ਵੀ ਕਾਮਨ ਸਦਨ ਸੀ। ਪ੍ਰਧਾਨ ਮੰਤਰੀ ਇੱਕ ਪ੍ਰਥਾ ਬਣ ਚੁੱਕੀ ਹੈ ਉੱਥੇ ਕਿ ਪ੍ਰਾਈਮ ਮਿਨਿਸਟਰ ਇਜ਼ ਆਲਵੇਜ਼ ਫਰਮ ਹਾਊਸ ਆਫ ਕਾਮਨ। ਹਾਊਸ ਆਫ ਕਾਮਨ ਦੇ ਵਿੱਚ ਜਿਹੜੀ ਪਾਰਟੀ ਨੂੰ ਜਿਹੜਾ ਹੈਗਾ ਉਹ ਉਹਦਾ ਜਿਹੜਾ ਮੁਖੀਆ ਹੈ ਜਿਹੜਾ ਮੁਖੀਆ ਹੈ ਜਾਂ ਉਹਦਾ ਜਿਹੜਾ ਲੀਡਰ ਚੁਣਿਆ ਜਾਂਦਾ ਉਹਨੂੰ ਪ੍ਰਧਾਨ ਮੰਤਰੀ ਕਰਦੇ ਹਨ। ਫਿਰ 1922 ਦਾ ਆਇਰਿਸ਼ ਫ੍ਰੀ ਸਟੇਟ ਐਕਟ ਪਾਸ ਕਰਕੇ ਆਇਰਲੈਂਡ ਨੂੰ ਅਲੱਗ ਰਾਜ ਸਥਾਪਿਤ ਕੀਤਾ ਗਿਆ। ਹੁਣ ਆਇਰਲੈਂਡ ਵੀ ਦੋ ਹੈ ਇੱਕ ਤਾਂ ਨਾਰਥਰਨ ਆਇਰਲੈਂਡ ਹੈ ਜਿਹੜਾ ਕਿ ਯੂਨੀਅਨ ਜਾਂ ਸੌਰੀ ਯੂਨਾਈਟਿਡ ਕਿੰਗਡਮ ਦਾ ਹਿੱਸਾ ਹੈ ਔਰ ਦੂਸਰਾ ਹੈਗਾ ਸਦਰਨ ਆਇਰਲੈਂਡ ਜਿਹੜਾ ਕਿ ਇੱਕ ਫ੍ਰੀ ਕੰਟਰੀ ਹੈ ਪਹਿਲੇ ਉਹ ਇੰਗਲੈਂਡ ਦਾ ਹਿੱਸਾ ਹੀ ਹੁੰਦਾ ਸੀ। ਫਿਰ 1931 ਦੇ ਵਿੱਚ ਸਟੈਚੂ ਆਫ ਵੈਸਟਮਿੰਸਟਰ ਐਕਟ ਦੁਆਰਾ ਡੋਮੀਨੀਅਨ ਦੇ ਵਿੱਚ ਪ੍ਰਬੰਧਾਂ ਨੂੰ ਨਿਸ਼ਚਿਤ ਕੀਤਾ ਗਿਆ। ਉਹਨਾਂ ਦੇ ਪ੍ਰਬੰਧ ਨੂੰ 1931 ਦੇ ਫਿਰ ਨਿਸ਼ਚਿਤ ਕੀਤਾ ਗਿਆ। ਸੋ ਕਹਿਣ ਦਾ ਮਤਲਬ ਹੈ ਇਹ ਜਿਹੜੀਆਂ ਸਾਰੀਆਂ ਉਦਾਹਰਨਾਂ ਹੈਗੀਆਂ ਇਹ ਦੇਖੋ ਇਹ ਗੱਲ ਅਸੀਂ ਹੁੰਦੀ ਹੈ ਕਿ ਜਿੱਦਾਂ ਉੱਥੇ ਜਿਹੜੀ ਵਿਵਸਥਾ ਦੀ ਲੋੜ ਪੈਂਦੀ ਗਈ ਉਦਾਂ ਉੱਥੇ ਵਿਵਸਥਾ ਦਾ ਜਿਹੜਾ ਜਨਮ ਹੁੰਦਾ ਗਿਆ ਔਰ ਇਸ ਕਰਕੇ ਹੀ ਇੰਗਲੈਂਡ ਦੇ ਸੰਵਿਧਾਨ ਨੂੰ ਜਿਹੜਾ ਹੈ ਰਾਈਟ ਆਫ ਐਕਸੀਡੈਂਟ ਐਂਡ ਡਿਜ਼ਾਈਨ ਜਿਹੜਾ ਹੈ ਠੀਕ ਹੈ ਜੀ। ਇਹ ਇਸ ਦੇ ਨਾਲ ਤੁਹਾਡੀਆਂ ਜਿਹੜਾ ਵਿਸ਼ੇਸ਼ਤਾਵਾਂ ਵਾਲਾ ਕੁਐਸਚਨ ਹੈਗਾ ਸਮਾਪਨ ਨੂੰ ਵੱਧਦਾ ਹੈ ਜਾਂ ਹੁਣ ਇੱਥੇ ਇੱਕ ਹੋਰ ਛੋਟਾ ਜਿਹਾ ਕੁਐਸਚਨ ਪੈਦਾ ਹੁੰਦਾ ਹੈ ਜਾਂ ਕੁਐਸਚਨ ਪੈਦਾ ਹੁੰਦਾ ਹੈ ਕਿ ਬ੍ਰਿਟਨ ਦੇ ਵਿੱਚ ਕੋਈ ਸੰਵਿਧਾਨ ਹੈ ਇਸ ਦੇਅਰ ਅ ਕਨਸਟੀਟਿਊਸ਼ਨ। ਹੁਣ ਇਹ ਵਿਚਾਰ ਕਿਹੜੇ ਵਿਚਾਰਕਾਂ ਨੇ ਰੱਖੇ ਜਾਂ ਇਸ ਵਿਚਾਰ ਦੇ ਕਿਹੜੇ ਵਿਚਾਰਕ ਸਮਰਥਕ ਨੇ? ਇਹ ਸਾਰੇ ਅਮਰੀਕਨ ਜਿਹੜੇ ਆ ਵਿਚਾਰਕ ਹੈਗੇ ਆ ਜਿੱਦਾਂ ਟ੍ਰੈਕੋਮੇਲੀ ਹੈਗਾ ਹੈ ਤੇ ਥਾਮਸ ਪੇਨ ਹੈਗਾ है बर्नर्ड शॉ हैगा है। अंग्रेजा के कोल कोई संविधान नहीं अंग्रेजों के पास कोई संविधान नहीं अथवा ये अध्ययन विवाद का विषय है। उदाहरण स्वरूप
प्रसिद्ध फ्रांसीसी लेखक डी ट्रैकोवैली लसी फ्रांसीसी विचारक सीगा तो कथन है कि इंग्लैंड के ਵਿੱਚ संविधान जैसी कोई चीज नहीं। एक अन्य राजनीतिज्ञ थॉमस पेन और मिस्टर ब्रूक ने एक प्रश्न किया था कि क्या श्री ब्रूक अंग्रेजी संविधान प्रस्तुत कर सकते हैं, यदि नहीं कर सकते तो फिर हम ठीक निष्कर्ष निकाल सकते हैं कि यद्यपि उसकी चर्चा तो बहुत हुई, लेकिन संविधान जैसी वस्तु ना तो अस्तित्व में है और ना कभी होगी। ये विचार ਜਿਹੜੇ ਮਿਸਟਰ ਬਰੂਕ ਜਿਹੜੇ ਆ ਉਹ ਇੰਗਲਿਸ਼ ਵਿਚਾਰਕ ਸੀਗੇ। ਉਹਨਾਂ ਉਹਨਾਂ ਦਾ ਇਹ ਮੰਨਣਾ ਹੈ ਕਿ ਚਾਹੇ ਉੱਥੇ ਲਿਖਿਤ ਨਹੀਂ ਹੈ ਕੁਝ, ਲੇਕਿਨ ਜਿਹੜੀ ਵਿਵਸਥਾ ਚੱਲ ਰਹੀ ਹੈ ਇੱਕ ਅਨਕੁਆਂਟੀਫਾਈਡ ਜਿਹੜਾ ਸਿਸਟਮ ਹੈ ਉਹਦੇ ਅਨੁਸਾਰ ਜਿਹੜਾ ਚੱਲ ਰਹੀ ਹੈ, ਤਾਂ ਉੱਥੇ ਸੰਵਿਧਾਨ ਦੀ ਮਜ਼ਬੂਤੀ ਜਿਹੜੀ ਹੈ ਉਹ ਹੈਗੀ। ਫਿਰ ਇੱਕ ਹੋਰ ਵਿਚਾਰਕ ਹੋਏ ਹੈਗੇ ਆ जॉर्ज बर्नर्ड शॉ। उन्होंने की क्या, हमारा एक ब्रिटिश संविधान है परंतु कोई नहीं जानता ये क्या है और ना ही इसमें कोई संशोधन किया जा सकता है, परंतु संयुक्त राज्य अमेरिका का एक वास्तविक मूर्त पढ़ा जा सकने जो we have British Constitution, but nobody knows what it is. It is not written down in anywhere. You can no more command it. Okay. East wind, but United States do have tangible, readable document. I can nail you down to every one of its sentences. ਬਰਨਰਡ ਸ਼ਾਹ ਜੀ ਕਹਿੰਦੇ ਆ ਇੰਗਲੈਂਡ ਦੇ ਵਿੱਚ ਕੋਈ ਸੰਵਿਧਾਨ ਨਹੀਂ ਦਿੱਤਾ, ਪਰ ਅਗਰ ਅਸੀਂ ਅਮਰੀਕਾ ਦੀ ਗੱਲ ਕਰੀਏ, ਅਮਰੀਕਾ ਦੇ ਵਿੱਚ ਇੱਕ ਰਿਟਨ ਡਾਕੂਮੈਂਟ ਹੈ ਸੰਵਿਧਾਨ, ਉਹ ਮੈਂ ਫਿਰ ਹੋ ਕੇ ਇਸ ਗੱਲ ਦੀ ਜਿਹੜੇ ਕਰ ਸਕਦਾ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਹੋਰ ਵਿਚਾਰਕ ਹੋਇਆ ਪ੍ਰੋਫੈਸਰ ਜੈਨਿੰਗਸ। ਉਹਨਾਂ ਦਾ ਕੀ ਮਤ ਹੈਗਾ, इंग्लैंड के संविधान की पुष्टि मैं जरा इस पढ़ के ठीक है जी। हम जैनिंग्स की कह रहे हैं कि अगर संविधान का अर्थ संस्थावां है तो एक कागज नहीं होना, क्योंकि संविधान का निर्माण नहीं होया कागज नहीं। इन्हें जिला प्रोफेसर उन्होंने कहते कि चाहे उत्थे लिखित नहीं है, लिखित कागज नहीं है, जबकि असं शुरू तो ये कह रहे हैं कि इंग्लैंड दे विच जिहड़ी राजनीतिक व्यवस्था साडे सामने है, जे आपां संस्थावां दी गल करिए उत्ते हर संस्था जिहड़ी है और इंग्लैंड में हर संस्था का जन्मदाता मन्निया। ठीक है, इस करके ਜਿਹੜਾ ਹੈਗਾ ਉੱਥੇ ਜਿਹੜਾ ਲਿਖਿਤ ਕੁਝ ਨਹੀਂ ਹੈਗਾ, ਲੇਕਿਨ ਠੀਕ ਹੈ ਉੱਥੇ ਹਰ ਸੰਸਥਾ ਦਾ ਦੇਖਣ ਨੂੰ ਮਿਲਦੀ ਹੈ। ਤਾਂ ਅਗਰ ਸੰਸਥਾਵਾਂ ਦੀ ਹੋਂਦ ਨੂੰ ਅਸੀਂ ਸੰਵਿਧਾਨ ਮੰਨਦੇ ਹਾਂ, ਸੰਸਥਾਵਾਂ ਕਿਸ ਤਰ੍ਹਾਂ ਕੰਮ ਕਰਦੀਆਂ ਉਹਨੂੰ ਅਸੀਂ ਉਹਦੀ ਹੋਂਦ ਨੂੰ ਅਸੀਂ ਸੰਵਿਧਾਨ ਮੰਨਦੇ ਹਾਂ, ਤਾਂ ਉੱਥੇ ਸੰਵਿਧਾਨ ਹੈਗਾ। ਮਤਲਬ ਕੁਝ ਵਿਚਾਰਕ ਨੇ ਕੁਝ ਵਿਚਾਰਕ ਹੁਣ ਇੱਕ ਹੋਰ ਵਿਚਾਰਕ ਹੋਇਆ ਲਾਰਡ ਪ੍ਰਾਈਸ। ਠੀਕ ਹੈ, ਇਹਦੇ ਵਿੱਚ ਤੁਸੀਂ ਇਹ ਸਾਰਾ ਕੁਐਸਚਨ ਜਿਹੜਾ ਹੈਗਾ ਮੈਂ ਤੁਹਾਨੂੰ ਜਿਹੜਾ ਭੇਜ ਦਊਂਗਾ ਤੁਹਾਡਾ ਤੇ ਆਪਾਂ ਜਿਹੜਾ ਹੈਗਾ ਅੰਤ ਦੇ ਵਿੱਚ ਤੁਸੀਂ ਕੀ ਕਹਿਣਾ ਹੈਗਾ। ਵਾਸਤਵ ਦੇ ਵਿੱਚ ਇੰਗਲੈਂਡ ਦੇ ਸੰਵਿਧਾਨ ਪ੍ਰੋਫੈਸਰ ਮੁਨਰੋ ਕੀ ਕਹਿੰਦੇ ਐਂਡ ਦੇ ਵਿੱਚ ਕੰਕਲੂਡ ਕੀ ਕਰਦੇ, the British Constitution is complex amalgam of institutions, principles and practices. It is composite of characters and statutes, of judicial decisions, of common laws, of precedents, uses, traditions. It is not one document but thousands of them. It is not derived from one source but from several.
ਅਸਲ ਮੂਲ ਲੋਕ ਕਹਿੰਦੇ ਕਿ ਉੱਥੇ ਸੰਵਿਧਾਨ ਹੈਗਾ ਉੱਤੇ ਉਹਨਾਂ ਸੰਸਥਾਵਾਂ ਨੂੰ ਪ੍ਰਵਾਨ ਕਰਨ ਵਾਸਤੇ ਉੱਥੇ ਉੱਥੇ ਸੰਵਿਧਾਨ ਹੈਗਾ ਕਿਉਂਕਿ ਜਿਹੜੀਆਂ ਪ੍ਰਚਲਿਤ ਮਾਨਤਾਵਾਂ ਹੈਗੀਆਂ ਉਹ ਉੱਥੇ ਜੁਡੀਸ਼ੀਅਲ ਡਿਸੀਜਨ ਹੋਇਆ ਉੱਥੇ ਪਾਰਲੀਮੈਂਟ ਨੇ ਜਿਹੜੇ ਕਿ ਸੰਵਿਧਾਨ ਦੀ ਕਰਦੇ ਆ ਇਸ ਕਰਕੇ ਕਿਉਂਕਿ ਜਿਹੜਾ ਇੰਗਲੈਂਡ ਦੀ ਵਿਵਸਥਾ ਹੈ ਉਹ ਕਈ ਸਰੋਤਾਂ ਤੋਂ ਹੈਗੀ ਹੈ ਕਈ ਸਰੋਤ ਨੇ ਇੱਕ ਸਰੋਤ ਤੋਂ ਨਹੀਂ ਲੈਂਦੇ ਤਾਂ ਕਰਕੇ ਇਹਦੇ ਨਾਲ ਤੁਹਾਡਾ ਇਹ ਕੁਐਸਚਨ ਜਿਹੜਾ ਹੈ ਇਹ ਚੈਪਟਰ ਵੀ ਤੁਹਾਡਾ ਜਿਹੜਾ ਹੈਗਾ ਉਹ ਹੁਣ ਇਹ ਥੋੜਾ ਜਿਹਾ ਮੇਰਾ ਅੱਜ ਵਾਲਾ ਜਿਹੜਾ ਲੈਕਚਰ ਹੈ ਥੋੜਾ ਜਿਹਾ ਜ਼ਿਆਦਾ ਲੰਬਾ ਹੋਏਗਾ ਕਿਉਂਕਿ ਇਹ 2 ਦਿਨਾਂ ਦਾ ਕੰਮ ਹੈ ਤੁਹਾਨੂੰ ਇਕੱਠੇ ਲੈਕਚਰ ਚ ਪਾ ਦੇਣਾ 40 ਮਿੰਟ ਦਾ ਜੋ ਲੈਕਚਰ ਹੋਇਆ ਮੇਰਾ ਤੇ 45 ਮਿੰਟ ਦਾ ਹੋਇਆ ਤੇ 2 ਦੇ ਵਿੱਚ ਠੀਕ ਹੈ ਜੀ ਹੁਣ ਇਹਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਆਉਂਦਾ ਹੈਗਾ ਬ੍ਰਿਟਿਸ਼ ਸੰਵਿਧਾਨ ਦੁਰਘਟਨਾਵਾਂ ਅਤੇ ਦੁਰਘਟਨਾਵਾਂ ਅਤੇ ਯੋਜਨਾਵਾਂ ਦੀ ਦੇਣ ਇਹ ਕੁਐਸਚਨ ਤੁਹਾਨੂੰ ਆ ਸਕਦਾ ਹੈ ਕਿਉਂਕਿ ਇਹ ਸਟੇਟਮੈਂਟ ਵਾਲਾ ਜਿਹੜਾ ਹੈ ਹੁਣ ਬੇਸਿਕਲੀ ਇਹਦੇ ਵਿੱਚ ਤੁਸੀਂ ਇਸ ਕੁਐਸਚਨ ਨੂੰ ਕਿਸ ਤਰ੍ਹਾਂ ਕਰਨਾ ਇਸ ਕੁਐਸਚਨ ਨੂੰ ਤੁਸੀਂ ਜਿਹੜਾ ਵੱਖ-ਵੱਖ ਜਿਹੜੇ ਕਾਲ ਹੋਏ ਆ ਰਾਜਿਆਂ ਦੇ ਜਾਂ ਵੱਖ-ਵੱਖ ਜਿੱਦਾਂ ਅਗਰ ਅਸੀਂ ਭਾਰਤ ਦੇ ਇਤਿਹਾਸ ਦੀ ਗੱਲ ਕਰੀਏ ਉਹਦੇ ਵਿੱਚ ਵੱਖ-ਵੱਖ ਜਿਹੜੇ ਆ ਰਾਜੇ ਵੱਖ-ਵੱਖ ਸਮੇਂ ਜਾਂ ਵੱਖ-ਵੱਖ ਜਿਹੜੀਆਂ ਡਾਇਨੈਸਟੀਜ਼ ਸੀਗੀਆਂ ਉਹਨਾਂ ਨੇ ਜਿਹੜਾ ਵੱਖ-ਵੱਖ ਸਮੇਂ ਤੇ ਸੋ ਇਹਦੇ ਵਿੱਚ ਉਹਨਾਂ ਕਾਲਾਂ ਦੀਆਂ ਅਸੀਂ ਐਗਜ਼ਾਮਪਲਾਂ ਦਿੰਦੇ ਹਾਂ ਜਿਹਦੇ ਵਿੱਚ ਜਿਹੜੀਆਂ ਸੰਸਥਾਵਾਂ ਸੀਗੀਆਂ ਉਹਨਾਂ ਦਾ ਜਨਮ ਹੋਇਆ ਜਿੱਦਾਂ ਇੱਥੇ ਅਗਰ ਗੱਲ ਕਰੀਏ ਦੁਰਘਟਨਾਵਾਂ ਦੀ ਦੇਣ ਕਿਸ ਤਰ੍ਹਾਂ ਹੈ ਉਹਦੀਆਂ ਐਗਜ਼ਾਮਪਲਸ ਦੇਣੀਆਂ ਜਿੱਦਾਂ 2 ਸਦਨੀ ਸੰਸਦ ਦੇ ਉੱਪਰ ਕਿਸ ਤਰ੍ਹਾਂ origin of bicameral democracy ਠੀਕ ਹੈ ਇਹਦੇ ਵਿੱਚ ਇੰਗਲੈਂਡ ਵਿੱਚ 2 ਸਦਨੀ ਵਿਧਾਨ ਮੰਡਲ ਦੀ ਉਤਪਤੀ ਅਤੇ ਵਿਕਾਸ ਘਟਨਾ ਫਲ ਸਰੂਪ ਹੈ ਆਰੰਭ ਵਿੱਚ ਸੰਸਦ ਦੀ ਉਤਪਤੀ ਪ੍ਰਸ਼ਾਸਨਿਕ मतलब अलग-अलग ਜਿਹੜੇ ਕਾਲ ਹੈ ਜਿੱਦਾਂ ਐਂਗਲੋ ਸੈਕਸਨ ਪੀਰੀਅਡ ਹੈ ਫਿਰ ਨਾਰਮਨ ਪੀਰੀਅਡ ਹੈ ਫਿਰ ਐਂਜੇਲੀਅਨ ਪੀਰੀਅਡ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਫਿਊਡਲ ਕਾਲ ਆ ਜਾਂਦਾ ਹੈ ਫਿਰ ਸਟਿਊਅਰਟ ਕਾਲ ਆ ਜਾਂਦਾ ਫਿਰ ਐਂਡ ਦੇ ਵਿੱਚ ਜਿਹੜਾ ਹੈਗਾ ਉਹ ਕਾਲ ਆ ਜਾਂਦਾ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਹੈ ਕਿਹੜੀਆਂ ਸੰਸਥਾਵਾਂ ਇਹ ਅਸੀਂ ਕੁਐਸਚਨ ਜਿਹੜਾ ਹੈਗਾ ਮੰਡੇ ਨੂੰ ਜਿਹੜਾ ਕਰਾਉਂਗਾ ਠੀਕ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਬ੍ਰਿਟਿਸ਼ ਸੰਵਿਧਾਨ ਦੀਆਂ ਪਰੰਪਰਾਵਾਂ ਤੇ ਬ੍ਰਿਟਿਸ਼ ਕਨਸਟੀਟਿਊਸ਼ਨ ਵਾਲਾ ਕੁਐਸਚਨ ਕਰਾਂਗੇ ਮੇਰਾ ਟੀਚਾ ਇਹ ਹੈਗਾ ਕਿ ਇਹ ਜਿਹੜਾ ਤੁਹਾਡਾ ਸਿਲੇਬਸ ਹੈ ਜਿਹੜਾ ਬ੍ਰਿਟਿਸ਼ ਕਨਸਟੀਟਿਊਸ਼ਨ ਹੈਗਾ ਕਨਸਟੀਟਿਊਸ਼ਨ ਵਾਈਜ਼ ਹੀ ਚੱਲਦੇ ਆ ਤੇ ਬਾਅਦ ਦੇ ਵਿੱਚ ਅਸੀਂ ਪਹਿਲੇ ਆਪਾਂ ਪਹਿਲਾ ਖਤਮ ਕਰ ਲਈ ਉਸ ਤੋਂ ਬਾਅਦ ਯੂਨੀਵਰਸਿਟੀ ਤੇ ਉਹਦਾ ਇੱਕ ਚਾਹਨਾ ਜਪਾਨ तो मेरा टीचा है कि सितंबर के महीने ਜਿਹੜਾ ਹੈਗਾ ਇਹ ਖਤਮ ਕਰ ਦਿੱਤਾ ਜਾਂ ਉਸ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਤਾਂ ਕਿ ਅਮਰੀਕਾ ਦਾ ਕਨਸਟੀਟਿਊਸ਼ਨ ਜਿਹੜਾ ਸ਼ੁਰੂ ਕਰੇ ਤੇ ਮੈਂ ਤੁਹਾਡੇ ਤੋਂ ਇੱਕ ਸਲਾਹ ਵੀ ਲੈਣਾ ਚਾਹੂੰਗਾ ਕਿ ਤੁਸੀਂ ਮੈਨੂੰ ਦੱਸੋ ਕਿ ਆਪਾਂ 3 ਦਿਨ ਆਪਾਂ ਇਹਦਾ ਪੜ੍ਹ ਸਕਦੇ ਹਾਂ ਜਾਂ 3 ਦਿਨ ਇਹਦਾ ਪੜ੍ਹ ਸਕਦੇ ਹਾਂ ਤਿੰਨ ਦਿਨ ਅਸੀਂ ਅਮਰੀਕਾ ਦਾ ਕਨਸਟੀਟਿਊਸ਼ਨ ਪੜ੍ਹ ਸਕਦੇ ਹਾਂ 3 ਦਿਨ ਅਸੀਂ ਯੂਨੀਵਰਸਿਟੀ ਦਾ या अलग-अलग ही ऐसी पहले ही खत्म कर लीजिए तो फिर ठीक है आज का मैं लेक्चर इतनी खत्म करना मैं भी उस सैटरडे का लेक्चर आज यही खत्म करना है उम्मीद है ਤੁਹਾਨੂੰ ਇਸ ਲੈਕਚਰ ਤੋਂ ਕਾਫੀ ਗਿਆਨ ਜਿਹੜਾ ਹੈਗਾ ਉਹ ਪ੍ਰਾਪਤ ਹੋਵੇਗਾ ਇਸ ਤਰ੍ਹਾਂ ਥੈਂਕ ਯੂ ਫॉर ਅਟੈਂਡਿੰਗ ਮਾਈ ਕਲਾਸ